ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸੂਫੀ ਕਾਵਿ ਦੇ ਕਵੀ ਸਾਈਂ ਬੁੱਲ੍ਹੇ ਸ਼ਾਹ ਜੀ ਦੀਆਂ ਕਾਫੀਆਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਸੂਫੀ ਕਾਵਿਧਾਰਾ ਕੀ ਹੈ। ਸੂਫੀ ਕਾਵਿਧਾਰਾ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਿਧਾਰਾ ਹੈ। ਇਹ ਕਾਵਿਧਾਰਾ ਪਿਛਲੇ ਮੁਗਲ ਕਾਲ ਵਿੱਚ ਬੁੱਲ੍ਹੇ ਸ਼ਾਹ ਦੀ ਕਵਿਤਾ ਨਾਲ ਆਪਣੇ ਸਿਖਰ ਉੱਤੇ ਪਹੁੰਚਦੀ ਹੈ। ਸਾਈਂ ਬੁੱਲ੍ਹੇ ਸ਼ਾਹ ਦਾ ਜਨਮ 1680 ਈਸਵੀ ਵਿੱਚ ਪਿੰਡ ਪਾਂਡੋਕੇ ਜ਼ਿਲ੍ਹਾ ਲਾਹੌਰ ਵਿਖੇ ਪਿਤਾ ਮੀਆਂ ਸੈਯਦ ਮੁਹੰਮਦ ਦਰਵੇਸ਼ ਦੇ ਘਰ ਹੋਇਆ। ਆਪ ਜੀ ਦੇ ਪਿਤਾ ਜੀ ਇੱਕ ਧਾਰਮਿਕ ਅਧਿਆਪਕ ਸਨ। ਬੁੱਲ੍ਹੇ ਸ਼ਾਹ ਜੀ ਨੂੰ ਦਰਵੇਸ਼ੀ ਅਤੇ ਫਕੀਰੀ ਸੁਭਾਅ ਆਪਣੇ ਪਿਤਾ ਪਾਸੋਂ ਵਿਰਸੇ ਵਿੱਚੋਂ ਮਿਲਿਆ। ਬਚਪਨ ਵਿੱਚ ਬੁੱਲ੍ਹੇ ਸ਼ਾਹ ਨੇ ਘਰ ਦੇ ਸਾਰੇ ਕੰਮ ਕੀਤੇ, ਡੰਗਰ ਵੀ ਚਾਰੇ। ਮੁੱਢਲੀ ਵਿੱਦਿਆ ਪਿੰਡ ਦੇ ਮਦਰਸੇ ਵਿੱਚੋਂ ਹਾਸਲ ਕੀਤੀ ਅਤੇ ਫਿਰ ਉਚੇਰੀ ਵਿੱਦਿਆ ਲਈ ਉਹ ਕਸੂਰ ਚਲੇ ਗਏ। ਕਸੂਰ ਵਿੱਚ ਉਹ ਹਜ਼ਰਤ ਗੁਲਾਮ ਮੁਰਤਜ਼ਾ ਕੋਲ ਪਹੁੰਚੇ। ਜਵਾਨੀ ਵਿੱਚ ਪੈਰ ਰੱਖਦਿਆਂ ਹੀ ਆਪ ਅੰਦਰ ਫਕੀਰੀ ਦਾ ਸ਼ੌਂਕ ਜਾਗ ਪਿਆ। ਆਪ ਗੁਰੂ ਦੀ ਭਾਲ ਕਰਦੇ ਕਰਦੇ ਲਾਹੌਰ ਪਹੁੰਚੇ, ਜਿੱਥੇ ਆਪ ਦਾ ਮੇਲ ਇਨਾਇਤ ਸ਼ਾਹ ਕਾਦਰੀ ਜੀ ਨਾਲ ਹੋਇਆ। ਇਨਾਇਤ ਸ਼ਾਹ ਜੀ ਜਾਤ ਦੇ ਅਰਾਈ ਸਨ ਅਤੇ ਬੁੱਲ੍ਹੇ ਸ਼ਾਹ ਜੀ ਜਾਤ ਦੇ ਸੈਯਦ ਸਨ। ਬੁੱਲ੍ਹੇ ਸ਼ਾਹ ਜੀ ਦੇ ਸਾਕ ਸੰਬੰਧੀਆਂ ਨੇ ਉਸ ਦੇ ਨੀਵੀਂ ਜਾਤੀ ਦੇ ਵਿਅਕਤੀ ਨੂੰ ਗੁਰੂ ਧਾਰਨ ਕਰਨ ਤੇ ਬੁਰਾ ਮਨਾਇਆ, ਪਰ ਗੁਰੂ ਪ੍ਰੇਮ ਵਿੱਚ ਰੰਗੇ ਬੁੱਲ੍ਹੇ ਸ਼ਾਹ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਜੇ ਕੋਈ ਸਾਨੂੰ ਸੈਯਦ ਆਖੇ ਦੋਜ਼ਖ ਮਿਲਣ ਸਜਾਈਆਂ। ਬੁੱਲ੍ਹੇ ਸ਼ਾਹ ਆਪਣੇ ਸੂਫੀ ਵਿਚਾਰਾਂ ਕਾਰਨ ਸ਼ਰ੍ਹਾ ਦੀ ਕੋਈ ਪਰਵਾਹ ਨਹੀਂ ਸੀ ਕਰਦੇ। ਅਜਿਹਾ ਕਰਨ ਤੇ ਮੁਰਸ਼ਦ ਇਨਾਇਤ ਸ਼ਾਹ ਨੇ ਆਪ ਜੀ ਨੂੰ ਆਪਣੇ ਡੇਰੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਮੁਰਸ਼ਦ ਦੇ ਵਿਛੋੜੇ ਵਿੱਚ ਬੁੱਲ੍ਹੇ ਸ਼ਾਹ ਜੀ ਤੜਪ ਉੱਠੇ ਅਤੇ ਗਾਉਣ ਲੱਗੇ, ਮੈਂ ਤੈਂਡੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ, ਭਾਵੇਂ ਜਾਣ ਨਾ ਜਾਣ ਵੇ ਵਿਹੜੇ ਆ ਵੜ ਮੇਰੇ, ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਢੂੰਡੇ ਜੰਗਲ ਬੇਲੇ ਰੋਹੀ, ਢੂੰਡਿਆ ਮੈਂ ਸਾਰਾ ਜਹਾਨ ਵੇ ਵਿਹੜੇ ਆ ਵੜ ਮੇਰੇ। ਐਨੀ ਦਰਦ ਭਰੀ ਅਤੇ ਸੁਰੀਲੀ ਆਵਾਜ਼ ਸੁਣ ਕੇ ਮੁਰਸ਼ਦ ਇਨਾਇਤ ਸ਼ਾਹ ਰਹਿ ਨਾ ਸਕੇ ਅਤੇ ਉਹਨਾਂ ਨੇ ਬੁੱਲ੍ਹੇ ਸ਼ਾਹ ਨੂੰ ਮੁੜ ਆਪਣੇ ਗਲ ਨਾਲ ਲਾ ਲਿਆ। 1718 ਈਸਵੀ ਵਿੱਚ ਇਨਾਇਤ ਸ਼ਾਹ ਜੀ ਦੇ ਚਲਾਣੇ ਤੋਂ ਮਗਰੋਂ ਬੁੱਲ੍ਹੇ ਸ਼ਾਹ ਮੁਰਸ਼ਦ ਦੀ ਗੱਦੀ 'ਤੇ ਬਿਰਾਜਮਾਨ ਹੋਏ। 1758 ਈਸਵੀ ਵਿੱਚ ਆਪ ਜੀ ਦਾ ਦੇਹਾਂਤ ਹੋ ਗਿਆ। ਬੁੱਲ੍ਹੇ ਸ਼ਾਹ ਜੀ ਨੇ 156 ਕਾਫੀਆਂ, ਇੱਕ ਅਠਵਾਰਾ, ਇੱਕ ਬਾਰਾਂਮਾਂ, 3 ਸ਼ਿਹਰਫੀਆਂ, 48 ਦੋੜੇ ਅਤੇ 40 ਗੰਢਾਂ ਲਿਖੀਆਂ। ਆਪ ਜੀ ਦੀ ਕੁਝ ਰਚਨਾ ਅਣਛਪੀ ਵੀ ਹੈ। ਬੁੱਲ੍ਹੇ ਸ਼ਾਹ ਜੀ ਦੀ ਕਵਿਤਾ ਦੇ ਵਿੱਚ ਵਲਵਲਾ, ਰਾਗ, ਮਿਠਾਸ ਅਤੇ ਮਸਤੀ ਹੈ। ਹੁਣ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਬੁੱਲ੍ਹੇ ਸ਼ਾਹ ਜੀ ਦੀਆਂ ਕਾਫੀਆਂ ਬਾਰੇ ਗੱਲਬਾਤ ਕਰਾਂਗੇ। ਸਾਡੇ ਪਾਠਕ੍ਰਮ ਵਿੱਚ ਸ਼ਾਮਿਲ ਸਾਈਂ ਬੁੱਲ੍ਹੇ ਸ਼ਾਹ ਜੀ ਦੀ ਪਹਿਲੀ ਕਾਫੀ ਹੈ ਮੂੰਹੋਂ ਆਈ ਬਾਤ ਨਾ ਰਹਿੰਦੀ ਏ। ਕਾਫੀ ਹੈ, ਮੂੰਹੋਂ ਆਈ ਬਾਤ ਨਾ ਰਹਿੰਦੀ ਏ, ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ, ਜੀ ਦੋਹਾਂ ਗੱਲਾਂ ਤੋਂ ਜੱਚਦਾ ਏ,
ਜੱਚ ਜੱਚ ਕੇ ਜਿਹਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਜੇਕਰ ਮੈਂ ਰੱਬ ਨਾਲ ਆਪਣੀ ਇਕਮਿਕਤਾ ਦੇ ਅਨੁਭਵ ਸੰਬੰਧੀ ਝੂਠ ਕਹਿੰਦਾ ਹਾਂ ਤਾਂ ਕੁਝ ਬਚਾਅ ਹੁੰਦਾ ਹੈ, ਪਰ ਜੇਕਰ ਸੱਚ ਕਹਿੰਦਾ ਹਾਂ ਤਾਂ ਇਹ ਸ਼ਰਈ ਮੁਲਾਣਿਆਂ ਨੂੰ ਚੰਗਾ ਨਹੀਂ ਲੱਗਦਾ। ਸੱਚ ਸੁਣ ਕੇ ਹਰ ਇੱਕ ਦੇ ਮਨ ਵਿੱਚ ਮੇਰੇ ਵਿਰੁੱਧ ਗੁੱਸੇ ਦਾ ਭਾਂਬੜ ਮੱਚਦਾ ਹੈ। ਇਹ ਸੋਚ ਕੇ ਮੇਰਾ ਦਿਲ ਦੋਵੇਂ ਗੱਲਾਂ ਕਰਨ ਤੋਂ ਹੀ ਝਿਜਕਦਾ ਹੈ, ਪਰ ਅੰਤ ਇਸ ਝਿਜਕ ਨੂੰ ਛੱਡਦੀ ਹੋਈ ਮੇਰੀ ਜੀਭ ਇਹ ਕਹਿੰਦੀ ਹੈ ਕਿ ਮੂੰਹ ਆਈ ਸੱਚੀ ਗੱਲ ਰੁਕਦੀ ਨਹੀਂ, ਸਗੋਂ ਉਹ ਮੂੰਹ ਤੋਂ ਬਾਹਰ ਨਿਕਲ ਹੀ ਜਾਂਦੀ ਹੈ। ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਕੋਈ ਨਾ ਚੜ੍ਹਦੀ ਲਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਨੇ ਸ੍ਰਿਸ਼ਟੀ ਦੇ ਸਿਰਜਣਹਾਰ ਦਾ ਭੇਤ ਪਾ ਲਿਆ ਹੈ ਅਤੇ ਆਪਣੇ ਅੰਦਰੋਂ ਉਸ ਦੀ ਭਾਲ ਲਈ ਰਾਹ ਖੋਜਿਆ ਹੈ, ਉਹ ਆਦਮੀ ਸੁਖ ਮੰਦਰ ਦਾ ਵਾਸੀ ਹੈ। ਉਸ ਸੁਖ ਮੰਦਰ ਵਿੱਚ ਵਸਦਿਆਂ ਉਸ ਦੇ ਮਨ ਉੱਪਰ ਕਿਸੇ ਵੀ ਲੱਥੀ ਚੜੀ ਦਾ ਅਸਰ ਨਹੀਂ ਹੁੰਦਾ। ਮੇਰੇ ਮੂੰਹ ਆਈ ਇਹੋ ਜਿਹੀ ਗੱਲ ਨਿਕਲਣੋਂ ਨਹੀਂ ਰਹਿ ਸਕਦੀ ਅਤੇ ਉਹ ਮੂੰਹ ਤੋਂ ਬਾਹਰ ਨਿਕਲ ਹੀ ਜਾਂਦੀ ਹੈ। ਇੱਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਲੂਮੀ ਸਭ ਦੀ ਏ, ਹਰ ਹਰ ਵਿੱਚ ਸੂਰਤ ਰੱਬ ਦੀ ਏ, ਕਿਤੇ ਜ਼ਾਹਰ ਕਿਤੇ ਛੁਪਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਇਹ ਇੱਕ ਸਿਆਣੀ ਅਤੇ ਜ਼ਰੂਰੀ ਗੱਲ ਹੈ ਅਤੇ ਮੈਨੂੰ ਇਸ ਸਾਰੀ ਗੱਲ ਦਾ ਪਤਾ ਹੈ ਕਿ ਹਰ ਚੀਜ਼ ਵਿੱਚ ਰੱਬ ਦੀ ਸੂਰਤ ਹੈ, ਪਰ ਇਹ ਕਿਤੇ ਜ਼ਾਹਰ ਹੈ, ਭਾਵ ਪ੍ਰਤੱਖ ਰੂਪ ਵਿੱਚ ਹੈ, ਪ੍ਰਗਟ ਰੂਪ ਵਿੱਚ ਹੈ ਅਤੇ ਕਿਤੇ ਛੁਪੇ ਹੋਏ ਰੂਪ ਵਿੱਚ ਹੈ। ਮੇਰੇ ਮੂੰਹ ਵਿੱਚ ਆਈ ਇਹੋ ਜਿਹੀ ਸੱਚੀ ਗੱਲ ਰੁਕ ਨਹੀਂ ਸਕਦੀ ਅਤੇ ਉਹ ਮੂੰਹ ਤੋਂ ਬਾਹਰ ਨਿਕਲ ਹੀ ਜਾਂਦੀ ਹੈ। ਸੋ ਇਹ ਸੀ ਬੁੱਲੇ ਸ਼ਾਹ ਜੀ ਦੀ ਕਾਫੀ ਮੂੰਹ ਆਈ ਬਾਤ ਨਾ ਰਹਿੰਦੀ ਏ। ਬੁੱਲੇ ਸ਼ਾਹ ਜੀ ਦੀ ਅਗਲੀ ਕਾਫੀ ਹੈ, ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ, ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ, ਨਿਤ ਪੜ੍ਹਦੇ ਇਸਤਗਫਾਰ ਕੈਸੀ ਤੋਬਾ ਹੈ, ਸਾਵੀ ਦੇ ਕੇ ਲਹੋ ਸਵਾਈ ਡਿਊਡੀਆਂ ਤੇ ਬਾਜੀ ਲਾਈ, ਇਹ ਮੁਸਲਮਾਨੀ ਕਿੱਥੇ ਪਾਈ, ਇਹ ਤੁਹਾਡੀ ਕਿਰਦਾਰ ਕੈਸੀ ਤੋਬਾ ਹੈ। ਜਿੱਥੇ ਨਾ ਜਾਣਾ ਉੱਥੇ ਜਾਏ, ਹੱਕ ਬੇਗਾਨਾ ਮੁੱਕਰ ਖਾਏ, ਕੂੜ ਕਿਤਾਬਾਂ ਸਿਰ ਤੇ ਚਾਏ, ਇਹ ਤੇਰਾ ਇਤਬਾਰ ਕੈਸੀ ਤੋਬਾ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ, ਹੇ ਇਸਲਾਮੀ ਸ਼ਰ੍ਹਾ ਦੇ ਪਾਬੰਦ ਕਹਾਉਣ ਵਾਲੇ ਮੁਸਲਮਾਨ, ਤੂੰ ਆਪਣੇ ਪਿਛਲੇ ਗੁਨਾਹਾਂ ਤੋਂ ਤੋਬਾ ਕਰਨ ਦਾ ਪਾਖੰਡ ਨਾ ਕਰ। ਤੇਰੀ ਇਹ ਤੋਬਾ ਕਿਸ ਕੰਮ ਹੈ? ਤੂੰ ਹਰ ਰੋਜ਼ ਤੋਬਾ ਕਰਦਾ ਹੈ, ਪਰ ਤੇਰੀ ਇਹ ਤੋਬਾ ਕਿਹੋ ਜਿਹੀ ਹੈ? ਤੂੰ ਦੂਜਿਆਂ ਨੂੰ ਸਾਵੀਂ ਦੇ ਕੇ ਉਹਨਾਂ ਪਾਸੋਂ ਸਵਾਈ ਲੈਂਦਾ ਹੈ ਅਤੇ ਡਿਊਡੀ ਚੀਜ਼ ਪ੍ਰਾਪਤ ਕਰਨ ਦੀ ਆਸ ਲਾਉਂਦਾ ਹੈ। ਇਹ ਮੁਸਲਮਾਨੀ ਧਰਮ ਤੂੰ ਕਿੱਥੋਂ ਪ੍ਰਾਪਤ ਕੀਤਾ ਹੈ? ਕੀ ਇਹੋ ਤੇਰਾ ਅਮਲ ਹੈ ਕਿ ਤੈਨੂੰ ਸ਼ਰ੍ਹਾ ਜਿੱਥੇ ਜਾਣ ਤੋਂ ਰੋਕਦੀ ਹੈ ਤੂੰ ਉੱਥੇ ਜਾਂਦਾ ਹੈ ਅਤੇ ਪਰਾਇਆ ਹੱਕ ਖਾ ਕੇ ਮੁੱਕਰ ਜਾਂਦਾ ਹੈ? ਦੂਜਿਆਂ ਅੱਗੇ ਸੱਚਾ ਹੋਣ ਲਈ ਤੂੰ ਕਿਤਾਬਾਂ ਭਾਵ ਕੁਰਾਨ ਸਿਰ ਉੱਤੇ ਚੁੱਕਦਾ ਹੈ ਅਤੇ ਝੂਠੀਆਂ ਕਸਮਾਂ ਖਾਂਦਾ ਹੈ। ਕੀ ਤੇਰਾ ਇਹੋ ਹੀ ਇਤਬਾਰ ਹੈ? ਤੇਰੇ ਅਜਿਹੇ ਅਮਲਾਂ ਕਰਕੇ ਤੇਰੀ ਤੋਬਾ ਇੱਕ ਪਾਖੰਡ ਅਤੇ ਦਿਖਾਵਾ ਬਣ ਕੇ ਰਹਿ ਜਾਂਦੀ ਹੈ।
ਮੂੰਹੋਂ ਤੋਬਾ ਦਿਲੋਂ ਨਾ ਕਰਦਾ, ਨਾ ਹੀ ਖੌਫ ਖੁਦਾ ਦਾ ਧਰਦਾ। ਇਸ ਤੋਬਾ ਥੀ ਤੋਬਾ ਕਰੀਏ, ਤਾਂ ਬਖਸ਼ੇ ਗਮਫਾਰ ਕੈਸੀ ਤੋਬਾ ਹੈ। ਬੁੱਲੇ ਸ਼ਾਹ ਦੀ ਸੁਣੋ ਹਕਾਇਤ, ਹਾਦੀ ਪਕੜਿਆਂ ਹੋਗ ਹਦਾਇਤ। ਮੇਰਾ ਮੁਰਸ਼ਦ ਸ਼ਾਹ ਇਨਾਇਤ, ਉਹ ਲੰਘਾਏ ਪਾਰ ਕੈਸੀ ਤੋਬਾ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਹੇ ਇਸਲਾਮੀ ਸ਼ਰ੍ਹਾ ਦੇ ਪਾਬੰਦ ਕਹਾਉਣ ਵਾਲੇ ਮੁਸਲਮਾਨ, ਤੂੰ ਆਪਣੇ ਪਿਛਲੇ ਗੁਨਾਹਾਂ ਤੋਂ ਦਿਖਾਵੇ ਲਈ ਮੂੰਹੋਂ ਤਾਂ ਤੋਬਾ ਕਰਦਾ ਹੈ, ਪਰ ਦਿਲੋਂ ਨਹੀਂ ਕਰਦਾ, ਅਤੇ ਨਾ ਹੀ ਤੈਨੂੰ ਰੱਬ ਦਾ ਡਰ ਹੈ। ਜਿਹੜੀ ਤੋਬਾ ਤੂੰ ਕਰਦਾ ਹੈ, ਇਸ ਤੋਬਾ ਤੋਂ ਹੀ ਤੋਬਾ ਕਰਨੀ ਚਾਹੀਦੀ ਹੈ, ਭਾਵ ਇਸ ਦਾ ਤਿਆਗ ਕਰਨਾ ਚਾਹੀਦਾ ਹੈ, ਤਾਂ ਹੀ ਉਹ ਬਖਸ਼ਣਹਾਰ ਰੱਬ ਤੈਨੂੰ ਬਖਸ਼ੇਗਾ। ਸੱਚੀ ਗੱਲ ਇਹ ਹੈ ਕਿ ਮੁਰਸ਼ਿਦ ਹੀ ਠੀਕ ਰਾਹ ਦੱਸਣ ਵਾਲਾ ਹੈ। ਉਸ ਦਾ ਲੜ ਫੜ ਕੇ ਹੀ ਸੱਚੇ ਰਸਤੇ ਦੀ ਸੋਝੀ ਹੁੰਦੀ ਹੈ, ਤੋਬਾ ਕਰਨ ਦੇ ਪਾਖੰਡ ਨਾਲ ਨਹੀਂ। ਇਸ ਕਰਕੇ ਹੀ ਮੈਂ ਸ਼ਾਹ ਇਨਾਇਤ ਨੂੰ ਆਪਣਾ ਮੁਰਸ਼ਿਦ ਬਣਾ ਕੇ ਉਸ ਦਾ ਲੜ ਫੜਿਆ ਹੈ, ਅਤੇ ਉਸ ਨੂੰ ਹੀ ਮੈਂ ਆਪਣਾ ਗੁਰੂ ਧਾਰਨ ਕੀਤਾ ਹੈ। ਉਸੇ ਗੁਰੂ ਨੇ ਹੀ ਮੈਨੂੰ ਪਾਰ ਲੰਘਾਉਣਾ ਹੈ। ਸੋ ਇਹ ਸੀ ਬੁੱਲੇ ਸ਼ਾਹ ਜੀ ਦੀ ਕਾਫੀ, ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ। ਸਾਈਂ ਬੁੱਲੇ ਸ਼ਾਹ ਦੀ ਅਗਲੀ ਕਾਫੀ ਦਾ ਨਾਂ ਹੈ ਉਲਟੇ ਹੋਰ ਜ਼ਮਾਨੇ ਆਏ। ਕਾਫੀ ਹੈ। ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸੱਜਣ ਦੇ ਪਾਏ। ਆਪਣਿਆਂ ਵਿੱਚ ਉਲਫਤ ਨਹੀਂ, ਕੋਰੇ ਚਾਚੇ ਤਾਏ। ਪਿਓ ਪੁੱਤਰ ਇਤਫਾਕ ਨਾ ਕਾਈ, ਧੀਆਂ ਨਾਲ ਨਾ ਮਾਏ। ਸੱਚਿਆਂ ਨੂੰ ਹੁਣ ਮਿਲਦੇ ਧੱਕੇ, ਝੂਠੇ ਕੋਲ ਬਹਾਏ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਅੱਜ ਕੱਲ੍ਹ ਉਲਟਾ ਹੀ ਜ਼ਮਾਨਾ ਆ ਗਿਆ ਹੈ। ਅਜਿਹੀਆਂ ਗੱਲਾਂ ਅੱਗੇ ਕਦੇ ਨਹੀਂ ਸਨ ਦੇਖੀਆਂ। ਇਹ ਜ਼ਮਾਨਾ ਬੜਾ ਗਿਰਾਵਟ ਭਰਿਆ ਹੈ, ਪਰੰਤੂ ਮੈਂ ਆਪਣੇ ਸੱਜਣ ਰੱਬ ਦੇ ਭੇਤ ਨੂੰ ਪਾ ਲਿਆ ਹੈ ਕਿ ਇਹ ਸਾਰਾ ਕੁਝ ਉਸ ਦੇ ਭਾਣੇ ਅਨੁਸਾਰ ਹੀ ਹੋ ਰਿਹਾ ਹੈ। ਜ਼ਮਾਨੇ ਦੀ ਚਾਲ ਬੜੀ ਪੁੱਠੀ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੈਂ ਕੀ ਵੇਖਦਾ ਹਾਂ ਕਿ ਆਪਣੇ ਸਾਕ ਸੰਬੰਧੀਆਂ ਵਿੱਚ ਉੱਕਾ ਹੀ ਪਿਆਰ ਨਹੀਂ। ਇਸ ਸੰਬੰਧੀ ਭਾਵੇਂ ਤਾਏ ਦੀ ਗੱਲ ਲੈ ਲਵੋ ਜਾਂ ਚਾਚੇ ਦੀ ਗੱਲ ਲੈ ਲਵੋ, ਸਭ ਦਾ ਲਹੂ ਚਿੱਟਾ ਹੋ ਚੁੱਕਾ ਹੈ। ਅੱਜ ਕੱਲ੍ਹ ਪਿਓ ਅਤੇ ਪੁੱਤਰ ਵਿਚਕਾਰ ਪਿਆਰ ਤਾਂ ਭੋਰਾ ਵੀ ਨਹੀਂ, ਅਤੇ ਮਾਵਾਂ ਧੀਆਂ ਦਾ ਜਰਾ ਵੀ ਆਪਸੀ ਪਿਆਰ ਨਹੀਂ ਹੈ। ਇੱਥੇ ਹਾਲਤ ਇੰਨੀ ਮਾੜੀ ਹੈ ਕਿ ਸੱਚ ਆਖਣ ਵਾਲਿਆਂ ਨੂੰ ਧੱਕੇ ਪੈਂਦੇ ਹਨ ਅਤੇ ਝੂਠਿਆਂ ਨੂੰ ਸਤਿਕਾਰ ਨਾਲ ਕੋਲ ਬਿਠਾਇਆ ਜਾਂਦਾ ਹੈ। ਕਾਊ ਲਗੜ ਨੂੰ ਮਾਰਨ ਲੱਗੇ, ਚਿੜੀਆਂ ਜੁਰੇ ਖਾਏ। ਇਰਾਕੀਆਂ ਨੂੰ ਚਾਬਕ ਪੈਂਦੇ, ਗੱਦੋਂ ਖੂਦ ਖਵਾਏ। ਅਗਲੇ ਜਾ ਬੰਗਾਲੇ ਬੈਠੇ, ਪਿਛਲਿਆਂ ਫਰਸ਼ ਵਿਛਾਏ। ਬੁੱਲਾ ਜਿੰਨਾ ਹੁਕਮ ਹਜੂਰੋਂ ਆਂਦਾ, ਤਿੰਨਾਂ ਨੂੰ ਕੌਣ ਹਟਾਏ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਸਮਕਾਲੀਨ ਸਮਾਜਿਕ ਅਵਸਥਾ ਬੜੀ ਗਿਰਾਵਟ ਭਰੀ ਹੈ। ਇਸ ਵਿੱਚ ਕਿਸੇ ਵੀ ਸਾਕ ਸੰਬੰਧੀ ਵਿੱਚ ਕੋਈ ਪਿਆਰ ਨਹੀਂ। ਸਾਰੀਆਂ ਗੱਲਾਂ ਉਲਟੀਆਂ ਹੋ ਰਹੀਆਂ ਹਨ। ਕੀ ਹੋ ਰਿਹਾ ਹੈ ਕਿ ਕਾਂ ਸ਼ਿਕਾਰੀ ਪੰਛੀਆਂ ਨੂੰ ਮਾਰ ਰਹੇ ਹਨ ਅਤੇ ਚਿੜੀਆਂ ਬਾਜਾਂ ਨੂੰ ਖਾ ਰਹੀਆਂ ਹਨ। ਇੱਥੇ ਇਰਾਕੀ ਨਸਲ ਦੇ ਵਧੀਆ ਘੋੜਿਆਂ ਨੂੰ ਤਾਂ ਚਾਬਕਾਂ ਨਾਲ ਮਾਰਿਆ ਜਾਂਦਾ ਹੈ, ਪਰੰਤੂ ਗਧਿਆਂ ਨੂੰ ਗੁਤਾਵੇ ਖਵਾਏ ਜਾਂਦੇ ਹਨ। ਇੱਥੋਂ ਦਾ ਸ਼ਕਤੀਸ਼ਾਲੀ ਮੁਗਲ ਬਾਦਸ਼ਾਹ ਬੰਗਾਲ ਵਿੱਚ ਕੈਦ ਕਰ ਲਿਆ ਹੈ ਅਤੇ ਪਿੱਛੇ ਸਿੱਖਾਂ ਨੇ ਹੇਠਲੀ ਉੱਤੇ ਲਿਆ ਦਿੱਤੀ ਹੈ, ਅਤੇ ਉਹਨਾਂ ਨੇ ਮੁਗਲ ਸਾਮਰਾਜ ਦੀਆਂ ਨੀਹਾਂ ਨੂੰ ਹਿਲਾ ਦਿੱਤਾ ਹੈ। ਅਸਲ ਵਿੱਚ ਇਹ ਸਭ ਰੱਬ ਦੀ ਧੁਰ ਦਰਗਾਹ ਤੋਂ
ਆਏ ਹੁਕਮ ਅਨੁਸਾਰ ਹੀ ਹੋ ਰਿਹਾ ਹੈ। ਇਸ ਰੱਬੀ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ। ਸੋ ਇਹ ਸੀ ਬੁੱਲੇ ਸ਼ਾਹ ਜੀ ਦੀ ਕਾਫੀ ਉਲਟੇ ਹੋਰ ਜ਼ਮਾਨੇ ਆਏ, ਜਿਸ ਵਿੱਚ ਬੁੱਲੇ ਸ਼ਾਹ ਜੀ ਨੇ ਆਪਣੇ ਸਮੇਂ ਦੀ ਗਿਰਾਵਟ ਭਰੀ ਸਮਾਜਿਕ ਅਵਸਥਾ ਨੂੰ ਬਿਆਨ ਕੀਤਾ ਹੈ। ਬੁੱਲੇ ਸ਼ਾਹ ਜੀ ਦੀ ਅਗਲੀ ਕਾਫੀ ਦਾ ਨਾਂ ਹੈ ਮਾਟੀ ਕੁਦਮ ਕਰਿੰਦੀ ਯਾਰ। ਇਸ ਕਾਫੀ ਵਿੱਚ ਕਵੀ ਨੇ ਮਨੁੱਖੀ ਸਰੀਰ, ਉਸ ਦੀ ਤਾਕਤ ਅਤੇ ਸੰਸਾਰਕ ਪਦਾਰਥਾਂ ਨੂੰ ਮਿੱਟੀ ਦਾ ਪਸਾਰਾ ਦੱਸਦਿਆਂ ਮਨੁੱਖ ਨੂੰ ਹਉਮੈ ਦਾ ਤਿਆਗ ਕਰਨ ਦੀ ਸਿੱਖਿਆ ਦਿੱਤੀ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ, ਮਾਟੀ ਕੁਦਮ ਕਰਿੰਦੀ ਯਾਰ, ਵਾਹ ਵਾਹ ਮਾਟੀ ਦੀ ਗੁਲਜ਼ਾਰ, ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਸਵਾਰ, ਮਾਟੀ ਮਾਟੀ ਨੂੰ ਦੌੜਾਏ, ਮਾਟੀ ਦਾ ਖੜਕਾਰ, ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ, ਜਿਸ ਮਾਟੀ ਪਰ ਬਹੁਤੀ ਮਾਟੀ, ਤਿਸ ਮਾਟੀ ਅਹੰਕਾਰ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਹਰ ਪਾਸੇ ਮਿੱਟੀ ਦਾ ਹੀ ਪਸਾਰਾ ਹੈ। ਮਾਟੀ ਸ਼ਬਦ ਦਾ ਅਰਥ ਹੈ ਮਿੱਟੀ ਦਾ ਬਣਿਆ ਹੋਇਆ ਸਰੀਰ। ਕੁਦਮ ਕਰਿੰਦੀ ਭਾਵ ਨੱਚਦੀ ਜਾਂ ਟੱਪਦੀ ਜਾਂ ਖਰੂਦ ਕਰਦੀ। ਗੁਲਜ਼ਾਰ ਸ਼ਬਦ ਦਾ ਅਰਥ ਹੈ ਫੁਲਵਾੜੀ ਜਾਂ ਬਾਗ। ਜੋੜਾ ਸ਼ਬਦ ਦਾ ਅਰਥ ਹੈ ਪੁਸ਼ਾਕ। ਖੜਕਾਰ ਸ਼ਬਦ ਦਾ ਅਰਥ ਹੈ ਆਵਾਜ਼ ਜਾਂ ਰੌਲਾ ਰੱਪਾ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਹਰ ਪਾਸੇ ਮਿੱਟੀ ਦਾ ਹੀ ਪਸਾਰਾ ਹੈ, ਹਰ ਪਾਸੇ ਮਿੱਟੀ ਹੀ ਨੱਚ ਟੱਪ ਰਹੀ ਹੈ। ਸਾਡੇ ਆਲੇ ਦੁਆਲੇ ਸ੍ਰਿਸ਼ਟੀ ਦੀ ਸਾਰੀ ਸੁੰਦਰ ਫੁਲਵਾੜੀ ਮਿੱਟੀ ਦੀ ਬਣੀ ਹੋਈ ਹੈ। ਆਪਣੀ ਤਾਕਤ ਦੇ ਹੰਕਾਰ ਵਿੱਚ ਫਸਿਆ ਆਦਮੀ ਜਿਸ ਘੋੜੇ ਉੱਪਰ ਸਵਾਰ ਹੁੰਦਾ ਹੈ, ਜਿਹੜੀ ਪੁਸ਼ਾਕ ਪਾਉਂਦਾ ਹੈ, ਅਤੇ ਇੱਥੋਂ ਤੱਕ ਕਿ ਉਹ ਆਪ ਵੀ ਸਭ ਕੁਝ ਮਿੱਟੀ ਦਾ ਹੀ ਬਣਿਆ ਹੋਇਆ ਹੈ। ਮਿੱਟੀ ਦਾ ਸਰੀਰ ਮਿੱਟੀ ਦੇ ਘੋੜੇ ਨੂੰ ਦੌੜਾਉਂਦਾ ਹੈ ਅਤੇ ਉਸੇ ਮਿੱਟੀ ਵਿੱਚੋਂ ਹੀ ਬਹੁਤ ਸਾਰੀ ਖੜਕਾਰ ਭਾਵ ਆਵਾਜ਼ ਸੁਣਾਈ ਦਿੰਦੀ ਹੈ। ਤਾਕਤ ਤੇ ਹੰਕਾਰ ਵਿੱਚ ਫਸਿਆ ਮਿੱਟੀ ਦਾ ਮਨੁੱਖ ਮਨੁੱਖੀ ਸਰੀਰਾਂ ਨੂੰ ਮਾਰਨ ਲਈ ਉਹਨਾਂ ਉੱਪਰ ਮਿੱਟੀ ਦੇ ਹਥਿਆਰਾਂ ਨਾਲ ਹੀ ਹਮਲਾ ਕਰਦਾ ਹੈ। ਜਿਸ ਮਿੱਟੀ ਦੇ ਮਨੁੱਖੀ ਸਰੀਰ ਨੂੰ ਬਹੁਤ ਸਾਰੇ ਸੰਸਾਰਕ ਪਦਾਰਥਾਂ ਦੀ ਮਿੱਟੀ ਪ੍ਰਾਪਤ ਹੁੰਦੀ ਹੈ, ਉਹ ਹੰਕਾਰ ਵਿੱਚ ਫਸ ਜਾਂਦਾ ਹੈ। ਉਸ ਨੂੰ ਇਹ ਸਮਝ ਨਹੀਂ ਲੱਗਦੀ ਕਿ ਇਹ ਸਭ ਕੁਝ ਫੋਕਾ ਹੈ, ਵਿਅਰਥ ਹੈ। ਮਾਟੀ ਬਾਗ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ, ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਬਹਾਰ। ਹੱਸ ਖੇਡ ਫਿਰ ਮਾਟੀ ਹੋਵੇ, ਪੈਂਦੀ ਪਾਉ ਪਸਾਰ। ਬੁੱਲਾ ਸ਼ਾਹ ਬੁਝਾਰਤ ਬੁੱਝੇ, ਬਹਿ ਸਿਰੇ ਥੀ ਭਾਰ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਸੰਸਾਰਕ ਪਦਾਰਥਾਂ ਦੀ ਮਿੱਟੀ ਚੜ੍ਹਨ ਨਾਲ ਹੰਕਾਰ ਵਿੱਚ ਆਇਆ ਮਨੁੱਖ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਸ ਨੂੰ ਜਿੰਨਾ ਬਾਗ ਬਗੀਚਿਆਂ ਅਤੇ ਫੁਲਵਾੜੀਆਂ ਦੀ ਮਲਕੀਅਤ ਹਾਸਲ ਹੋਈ ਹੈ, ਇਹ ਸਭ ਕੁਝ ਮਿੱਟੀ ਹੀ ਹੈ। ਅਸਲ ਵਿੱਚ ਮਿੱਟੀ ਦਾ ਮਨੁੱਖੀ ਸਰੀਰ ਹੀ ਸ੍ਰਿਸ਼ਟੀ ਵਿੱਚ ਮਿੱਟੀ ਦੀ ਖਿੜੀ ਹੋਈ ਬਹਾਰ ਨੂੰ ਦੇਖਣ ਲਈ ਆਇਆ ਹੈ। ਮਿੱਟੀ ਦਾ ਮਨੁੱਖੀ ਸਰੀਰ ਕੁਝ ਸਮਾਂ ਇਸ ਦੁਨੀਆ ਵਿੱਚ ਆ ਕੇ ਹੱਸਦਾ ਖੇਡਦਾ ਹੈ, ਪਰ ਪਿੱਛੋਂ ਉਹ ਮੁਰਦਾ ਹੋ ਕੇ ਪੈਰ ਪਸਾਰ ਕੇ ਪੈ ਜਾਂਦਾ ਹੈ ਅਤੇ ਮਿੱਟੀ ਵਾਂਗ ਨਿਰਜਿੰਦ ਹੋ ਜਾਂਦਾ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਜਦੋਂ ਮਨੁੱਖ ਆਪਣੇ ਸੰਬੰਧੀ ਇਸ ਲੁਕਵੀਂ ਗੱਲ ਨੂੰ ਸਮਝ ਲੈਂਦਾ ਹੈ, ਅਰਥਾਤ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਨਾ ਉਸ ਦੀ ਆਪਣੀ ਕੋਈ ਹਸਤੀ ਹੈ ਅਤੇ ਨਾ
ਉਸ ਨੂੰ ਪ੍ਰਾਪਤ ਹੋਏ ਸੰਸਾਰਕ ਪਦਾਰਥਾਂ ਦੀ, ਸਗੋਂ ਇਹ ਸਭ ਕੁਝ ਮਿੱਟੀ ਹੀ ਹੈ, ਤਾਂ ਉਹ ਆਪਣੀ ਹਸਤੀ ਦੇ ਹੰਕਾਰ ਅਤੇ ਸੰਸਾਰਕ ਪਦਾਰਥਾਂ ਦੀ ਪੰਡ ਸਿਰ ਤੋਂ ਲਾਹ ਕੇ ਧਰਤੀ ਉੱਤੇ ਪਟਕਾ ਮਾਰਦਾ ਹੈ ਅਤੇ ਉਹ ਹਉਮੈ ਰਹਿਤ ਹੋ ਕੇ ਪ੍ਰਭੂ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਸੋ ਇਹ ਸੀ ਬੁੱਲੇ ਸ਼ਾਹ ਜੀ ਦੀ ਕਾਫੀ ਮਾਟੀ ਕੁਦਮ ਕਰਿੰਦੀ ਯਾਰ। ਬੁੱਲੇ ਸ਼ਾਹ ਜੀ ਦੀ ਅਗਲੀ ਕਾਫੀ ਦਾ ਨਾਂ ਹੈ ਪਾਇਆ ਹੈ ਕਿਛ ਪਾਇਆ ਹੈ। ਇਸ ਕਾਫੀ ਵਿੱਚ ਕਵੀ ਨੇ ਗੁਰੂ ਦੀ ਸਿੱਖਿਆ ਦੁਆਰਾ ਆਪਣੇ ਵਿੱਚੋਂ ਹਉਮੈ ਦੇ ਖਤਮ ਹੋਣ ਅਤੇ ਹਰ ਇੱਕ ਮਨੁੱਖ ਅਤੇ ਵਸਤੂ ਨੂੰ ਪ੍ਰਭੂ ਦਾ ਰੂਪ ਹੀ ਅਨੁਭਵ ਕਰਨ ਵਾਲੀ ਆਪਣੀ ਅਵਸਥਾ ਨੂੰ ਬਿਆਨ ਕੀਤਾ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ, ਪਾਇਆ ਹੈ ਕਿਛ ਪਾਇਆ ਹੈ, ਮੇਰੇ ਸਤਿਗੁਰ ਅਲਖ ਲਖਾਇਆ ਹੈ। ਕਹੂੰ ਵੈਰ ਪੜਾ ਕਹੂੰ ਬੇਲੀ ਹੋ, ਕਹੂੰ ਮਜਨੂ ਹੋ ਕਹੂੰ ਲੇਲੀ ਹੋ, ਕਹੂੰ ਆਪ ਗੁਰੂ ਕਹੂੰ ਚੇਲੀ ਹੋ, ਆਪ ਕਾ ਪੰਥ ਬਤਾਇਆ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਮੇਰੇ ਸਤਿਗੁਰੂ ਨੇ ਮੈਨੂੰ ਉਸ ਪਰਮਾਤਮਾ ਜਿਸ ਬਾਰੇ ਕੁਝ ਵੀ ਜਾਣਿਆ ਨਹੀਂ ਜਾ ਸਕਦਾ ਤੋਂ ਜਾਣੂ ਕਰਾ ਦਿੱਤਾ ਹੈ। ਮੈਂ ਸਤਿਗੁਰੂ ਦੀ ਸਿੱਖਿਆ ਤੋਂ ਪਰਮਾਤਮਾ ਬਾਰੇ ਕੁਝ ਗਿਆਨ ਹਾਸਲ ਕਰ ਲਿਆ ਹੈ ਅਤੇ ਮੇਰੀ ਅਵਸਥਾ ਇਹ ਹੋ ਗਈ ਹੈ ਕਿ ਮੈਨੂੰ ਸੰਸਾਰ ਦਾ ਹਰ ਇੱਕ ਮਨੁੱਖ ਅਤੇ ਵਸਤੂ ਉਸ ਦਾ ਰੂਪ ਹੀ ਦਿਖਾਈ ਦੇਣ ਲੱਗੇ ਹਨ। ਇਸ ਸਥਿਤੀ ਵਿੱਚ ਜੇਕਰ ਕੋਈ ਮੇਰਾ ਵੈਰੀ ਹੈ ਤਾਂ ਉਹ ਵੀ ਉਹ ਆਪ ਹੀ ਹੈ, ਅਤੇ ਜੇਕਰ ਕੋਈ ਮੇਰਾ ਬੇਲੀ ਹੈ ਭਾਵ ਦੋਸਤ ਹੈ ਤਾਂ ਉਹ ਵੀ ਉਹ ਆਪ ਹੀ ਹੈ। ਉਹ ਮੈਨੂੰ ਕਿਧਰੇ ਮਜਨੂ ਬਣਿਆ ਦਿਸ ਰਿਹਾ ਹੈ ਅਤੇ ਕਿਧਰੇ ਉਸ ਦੀ ਪ੍ਰੇਮਿਕਾ ਲੇਲੀ। ਉਹ ਕਿਧਰੇ ਮੈਨੂੰ ਗੁਰੂ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ ਅਤੇ ਕਿਧਰੇ ਚੇਲੀ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਉਸ ਨੇ ਆਪ ਹੀ ਮੈਨੂੰ ਆਪਣੇ ਪੰਥ ਭਾਵ ਵਰਤਾਰੇ ਬਾਰੇ ਦੱਸ ਦਿੱਤਾ ਹੈ। ਕਹੂੰ ਮਸਜਿਦ ਕਾ ਵਰਤਾਰਾ ਹੈ, ਕਹੂੰ ਬਣਿਆ ਠਾਕੁਰ ਦੁਆਰਾ ਹੈ, ਕਹੂੰ ਬੈਰਾਗੀ ਜਟ ਧਾਰਾ ਹੈ, ਕਹੂੰ ਸ਼ੇਖ ਨਬੀ ਬਣ ਆਇਆ ਹੈ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਉਸ ਨੂੰ ਕਿਧਰੇ ਤਾਂ ਪਰਮਾਤਮਾ ਦੁਆਰਾ ਮਸਜਿਦ ਦਾ ਰੂਪ ਧਾਰਿਆ ਦਿਖਾਈ ਦਿੰਦਾ ਹੈ ਅਤੇ ਕਿਧਰੇ ਉਹ ਠਾਕੁਰ ਦੁਆਰਾ ਬਣਿਆ ਦਿਖਾਈ ਦਿੰਦਾ ਹੈ, ਕਿਧਰੇ ਉਹ ਜਟਾਧਾਰੀ ਵੈਰਾਗੀ ਸਾਧੂ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਕਿਧਰੇ ਸ਼ੇਖ ਬਣ ਕੇ ਆਇਆ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਉਸ ਨੂੰ ਹਿੰਦੂ ਅਤੇ ਮੁਸਲਿਮ ਦੋਹਾਂ ਦੇ ਧਰਮ ਅਸਥਾਨਾਂ ਤੇ ਭੇਖਾਂ ਵਿੱਚ ਵੀ ਉਸ ਦੇ ਆਪੇ ਦਾ ਰੂਪ ਪਲਟਿਆ ਦਿਖਾਈ ਦਿੰਦਾ ਹੈ। कहूँ तुर्क हो कलमा पढ़ते हो, कहूँ भगत हिंदू जप करते हो, कहूँ घोर गुफा में पढ़ते हो, कहूँ घर घर लडाया है। घोर शब्द का अर्थ है डूंगी। बुल्ले शाह जी कहते हैं कि प्रभु जी गुरु की सिक्ख्या प्राप्त कर लैण पिछों अद्वैतवाद का अनुभव होने नाल मैनू संसार की हर थां ਅਤੇ ਵਸਤੂ ਤੁਹਾਡਾ ਹੀ ਰੂਪ ਦਿਖਾਈ ਦੇ ਰਿਹਾ ਹੈ। ਕਿਧਰੇ ਤੁਸੀਂ ਮੁਸਲਮਾਨ ਬਣ ਕੇ ਕੁਰਾਨ ਆਦਿ ਧਾਰਮਿਕ ਕਿਤਾਬਾਂ ਪੜ੍ਹ ਰਹੇ ਦਿਖਾਈ ਦੇ ਰਹੇ ਹੋ ਅਤੇ ਕਿਧਰੇ ਹਿੰਦੂ ਭਗਤ ਦੇ ਰੂਪ ਵਿੱਚ ਜਾਪ ਕਰ ਰਹੇ ਦਿਖਾਈ ਦੇ ਰਹੇ ਹੋ। ਕਿਧਰੇ ਤੁਸੀਂ ਡੂੰਗੀ ਹਨੇਰੀ ਗੁਫਾ ਵਿੱਚ ਛਿਪਦੇ ਦਿਖਾਈ ਦੇ ਰਹੇ ਹੋ ਅਤੇ ਕਿਧਰੇ ਹਰ ਘਰ ਵਿੱਚ ਲਾਡ ਲਡਾ ਰਹੇ ਦਿਖਾਈ ਦਿੰਦੇ ਹੋ। ਬੁੱਲਾ
मैं थी बेमुताज हुआ, महाराज मिलिया मेरा काज हुआ, दर्स पिया का मुझे इलाज हुआ, आप मैं आप समाया है। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਮੈਂ ਹਉਮੈ ਤੋਂ ਮੁਕਤ ਹੋ ਗਿਆ ਹਾਂ ਅਤੇ ਗੁਰੂ ਦੇ ਮਿਲਣ ਨਾਲ ਮੇਰੇ ਜੀਵਨ ਮਨੋਰਥ ਦਾ ਸਾਰਾ ਕੰਮ ਪੂਰਾ ਹੋ ਗਿਆ ਹੈ। ਮੇਰੇ ਸਾਰੇ ਰੋਗਾਂ ਦਾ ਇਲਾਜ ਮੇਰੇ ਪ੍ਰੀਤਮ ਦਾ ਦਰਸ਼ਨ ਹੋਣ ਨਾਲ ਹੋ ਗਿਆ ਹੈ। ਉਹ ਆਪ ਮੇਰੇ ਆਪੇ ਵਿੱਚ ਆ ਗਿਆ ਹੈ ਅਤੇ ਮੈਨੂੰ ਆਪਣਾ ਆਪਾ ਉਸ ਦਾ ਹੀ ਰੂਪ ਦਿਖਾਈ ਦੇਣ ਲੱਗਾ ਹੈ। ਸੋ ਇਹ ਸੀ ਬੁੱਲੇ ਸ਼ਾਹ ਜੀ ਦੀ ਕਾਫੀ ਪਾਇਆ ਹੈ ਕਿਛ ਪਾਇਆ ਹੈ। ਸੋ ਇਹ ਸੀ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਸੂਫੀ ਕਾਵ ਦੇ ਕਵੀ ਸਾਈਂ ਬੁੱਲੇ ਸ਼ਾਹ ਦੀਆਂ ਕਾਫੀਆਂ, ਜਿਨ੍ਹਾਂ ਵਿੱਚ ਵਲਵਲਾ, ਰਾਗ, ਮਿਠਾਸ ਅਤੇ ਮਸਤੀ ਹੈ। ਕਿਉਂਕਿ ਬੁੱਲੇ ਸ਼ਾਹ ਬਹੁਤ ਭਗਤੀ ਵਾਲੇ ਅਤੇ ਮਸਤੀ ਵਾਲੇ ਸੂਫੀ ਫਕੀਰ ਸਨ। ਆਪ ਦੀ ਫਕੀਰੀ ਨੇ ਹੀ ਆਪ ਨੂੰ ਕਵੀ ਬਣਾਇਆ ਸੀ। ਆਪ ਜੀ ਦੀਆਂ ਰਚਨਾਵਾਂ ਵਿੱਚ ਸੋਚ, ਤੜਪ, ਬਿਰਹਾ, ਹੂਕ ਅਤੇ ਵੈਰਾਗ ਹੈ। ਰਚਨਾਵਾਂ ਵਿੱਚ ਪੰਜਾਬੀ ਮੁਹਾਵਰਿਆਂ ਦਾ ਪ੍ਰਯੋਗ ਬੜੇ ਹੀ ਸੁੰਦਰ ਢੰਗ ਨਾਲ ਕੀਤਾ ਗਿਆ ਹੈ। ਬੁੱਲੇ ਸ਼ਾਹ ਜੀ ਨੇ ਮਨੁੱਖ ਨੂੰ ਰੱਬ ਦੀ ਭਗਤੀ ਵੱਲ ਲੱਗਣ ਅਤੇ ਸਦਾਚਾਰੀ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਹੈ। ਧੰਨਵਾਦ।